मंजिल उन्हीं को मिलती है जिनके सपनों में जान होती है। खाली पंखों से कुछ नहीं होता, हौसलों से परवान होता है। डॉक्टर अंबेडकर म्यूजियम आने वालियां पीढ़ियां ਲਈ ਬਣੇਗਾ ਚਾਨਣ ਮੁਨਾਰਾ। अंबेडकर साहब ਦਾ म्यूजियम ਇੱਥੇ ਤਿਆਰ ਕਰ ਰਹੇ ਤਾਂ ਕਿ ਮੇਰੇ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਲੋਕ ਆ ਕੇ ਦੇਖਣ ਤੇ ਉਸ ਤੋਂ ਸਿੱਖਣ ਕਿਆ ਕਿਆ ਉਹਨਾਂ ਦੇ ਗੁਣ ਸੀ, ਉਹਨਾਂ ਨੂੰ ਗ੍ਰਹਿਣ ਕਰਨ। ਜਿਨ੍ਹਾਂ ਨੇ ਹੱਕ ਸੱਚ ਤੇ ਪਹਿਰਾ ਦਿੱਤਾ ਉਹ ਦੇਸ਼ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੇ ਨੇ। किस तरह एकता ਅਤੇ ਅਖੰਡਤਾ ਦੇਸ਼ ਦੀ ਨੂੰ ਕਾਇਮ ਰੱਖਣਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੈ। ਪੰਜਾਬ ਦੀ ਸਰਕਾਰ ਲੋਕਾਂ ਦੀ ਸਰਕਾਰ। ਸਤਿ ਸ੍ਰੀ ਅਕਾਲ ਜੀ, ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਲਖੀਮਪੁਰ ਖੀਰੀ ਕਾਂਡ ਆਸ਼ੀਸ਼ ਮਿਸ਼ਰਾ ਨੂੰ 14 ਦਿਨ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ। ਪੁਲਿਸ ਨੇ ਕਿਹਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਮੰਤਰੀ ਦਾ ਲੜਕਾ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਲੌਂਗ ਦੇ ਸਿੱਖਾਂ ਦੇ ਉਜਾੜੇ ਖਿਲਾਫ ਆਵਾਜ਼ ਕੀਤੀ ਬੁਲੰਦ। ਕਿਹਾ ਬੀਜੇਪੀ ਦੇ ਗੱਠਜੋੜ ਵਾਲੀ ਸਰਕਾਰ ਵਾਪਸ ਲਵੇ ਆਪਣਾ ਫੈਸਲਾ। ਕੇਂਦਰ ਸਰਕਾਰ ਵੱਲੋਂ ਕੋਰੋਨਾ ਬਾਬਤ ਨਵੀਆਂ ਗਾਈਡਲਾਈਨਸ ਜਾਰੀ। 5% ਸਕਾਰਾਤਮਕਤਾ ਦਰ ਵਾਲੇ ਇਲਾਕਿਆਂ ਵਿੱਚ ਨਹੀਂ ਹੋਣਗੇ ਜਨਤਕ ਇਕੱਠ। ਤੇ ਹੁਣ ਖਬਰਾਂ ਵਿਸਤਾਰ ਨਾਲ। ਉੱਤਰ ਪ੍ਰਦੇਸ਼ ਦੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸ਼ਨੀਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਸ ਨੂੰ 14 ਦਿਨ ਲਈ ਲਖੀਮਪੁਰ ਖੀਰੀ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਉਪੇਂਦਰ ਅਗਰਵਾਲ, ਜੋ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ SIT ਦੀ ਅਗਵਾਈ ਕਰ ਰਹੇ ਨੇ, ਉਹਨਾਂ ਕਿਹਾ ਕਿ ਮਿਸ਼ਰਾ ਨੇ ਪੁਲਿਸ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ ਅਤੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਉਹ ਸਹੀ ਗੱਲਾਂ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਦੋਸ਼ ਲਗਾਇਆ ਕਿ ਲਖੀਮਪੁਰ ਖੀਰੀ ਵਿੱਚ ਪਿਛਲੇ ਹਫ਼ਤੇ ਹੋਈ ਘਟਨਾ ਨੂੰ ਹਿੰਦੂ ਬਨਾਮ ਸਿੱਖ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਕੋਸ਼ਿਸ਼ ਨਾ ਸਿਰਫ ਅਨੈਤਿਕ ਅਤੇ ਗਲਤ ਧਾਰਨਾ ਪੈਦਾ ਕਰਨ ਵਾਲੀ ਹੈ, ਸਗੋਂ ਖਤਰਨਾਕ ਵੀ ਹੈ। ਵਰੁਣ ਗਾਂਧੀ ਨੇ ਕਿਸਾਨਾਂ ਦੇ ਮੁੱਦਿਆਂ ਉੱਤੇ ਲਗਾਤਾਰ ਆਪਣੀ ਰਾਏ ਰੱਖੀ ਹੈ। ਲਖੀਮਪੁਰ ਖੀਰੀ ਵਿੱਚ ਵਾਪਰੀ ਹਿੰਸਾ ਨੂੰ ਲੈ ਕੇ ਵੀ ਉਹਨਾਂ ਨੇ ਵੀਡੀਓ ਸਾਂਝੇ ਕੀਤੇ ਸਨ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਕੇਜਰੀਵਾਲ ਸਰਕਾਰ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਨੇ ਅਹਿਮ ਬਿਆਨ ਦਿੱਤਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਬੀਜੇਪੀ ਨੇ ਜਾਣਬੁੱਝ ਕੇ ਕੋਲੇ ਦਾ ਸੰਕਟ ਪੈਦਾ ਕੀਤਾ ਹੈ ਅਤੇ ਲੋਕਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਉਹਨੇ ਕਿਹਾ ਕਿ ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਮੰਦਭਾਗੀ ਹੈ ਅਤੇ ਦੋਸ਼ੀਆਂ ਖਿਲਾਫ कार्रवाई होनी चाहिए। मुझे तो ऐसा लग रहा है कि जानबूझ के बीजेपी की साजिश है, ये जानबूझ के ऐसा कर रहे हैं। इस देश के अंदर 3,40,000 मेगावाट बिजली बनाने की क्षमता है और डिमांड जो है 1 लाख मेगावाट की है, यानी 1/3 भी नहीं है। और उस समय में कह रहे बिजली नहीं है, तो ये समझ नहीं आ रहा क्यों नहीं है। इसके पीछे कुछ ना कुछ बड़ी साजिश है। जितने भी पावर प्लांट्स हैं, कोई भी पावर प्लांट आधी कैपेसिटी पे भी काम नहीं कर रहा, और आधी कैपेसिटी पे काम नहीं कर रहा, उसको एक दिन का कोयला नहीं है उसके बाद आधे दिन के लिए भी, जबकि कोयले का स्टॉक कम से कम 20 दिन से 30 दिन का होना चाहिए। तो ये केंद्र सरकार को मेरी अपील है कि कोयला जो कि केंद्र सरकार को अरेंज करना होता है, रेलवे की वैगन देनी होती है, कोयले का इंतजाम करे। और जो ज़्यादातर जो पावर प्लांट है केंद्र सरकार की NTPC चलाती है, NTPC ने अपने प्लांट बंद कर दिए कई सारे, बहुत सारे 50% पे चल रहे हैं, बहुत सारे 40% पे चल रहे हैं। तो जानबूझ के ये आर्टिफिशियल, मैं तो कहूँगा आर्टिफिशियल तरीके से इसकी कमी की जा रही है ताकि देश के अंदर हाहाकार मचे। लखीमपुर खीरी के अंदर बहुत ही दुखद है कि किसी चलते हुए किसानों के ऊपर जिस तरह से गाड़ी चलाई गई, वीडियो सबने देखी है, वो बहुत ही दुखद भी है, शर्मनाक भी है। और सबसे शर्मनाक तो ये है कि जिन्होंने किया उनको अरेस्ट करने में भी 1 हफ्ता लगा दिया। मतलब वो तो सुप्रीम कोर्ट अगर बीच में नहीं आता तो उसको अरेस्ट नहीं करते। ये बहुत ही शर्मनाक बात है और बीजेपी को इसे सबक लेना चाहिए। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਘਾਲਿਆ ਸਰਕਾਰ ਵੱਲੋਂ ਸ਼ਿਲੌਂਗ ਵਿੱਚ ਵਸਦੇ ਸਿੱਖਾਂ ਨੂੰ ਉਜਾੜਨ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਰੰਧਾਵਾ ਵੱਲੋਂ ਇਸ ਫੈਸਲੇ ਦੇ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਜ਼ਾਹਰ ਕਰਨ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੇਘਾਲਿਆ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਬਣੀ ਉੱਚ ਪੱਧਰੀ ਕਮੇਟੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਦੇ ਆਧਾਰ ਉੱਤੇ ਮੇਘਾਲਿਆ ਕੈਬਨਿਟ ਵੱਲੋਂ
ਪੰਜਾਬੀ ਲੇਨ ਵਿੱਚ ਰਹਿੰਦੇ ਸਿੱਖਾਂ ਨੂੰ ਦੂਜੀ ਥਾਂ ਵਸਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਬਿਲਕੁਲ ਸਾਦਾ ਵਿਆਹ ਕਰਕੇ ਨਵੀਂ ਪਿਰਤ ਪਾਈ ਹੈ। ਮੁਹਾਲੀ ਦੇ ਫੇਜ਼ 3 ਵੀ ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮੁੱਖ ਮੰਤਰੀ ਚੰਨੀ ਖੁਦ ਗੱਡੀ ਚਲਾ ਕੇ ਲਿਆਏ ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਨਾਸ਼ਤਾ ਪਰੋਸਿਆ ਗਿਆ। ਇਸ ਮਗਰੋਂ ਜੋੜੀ ਦਾ ਆਨੰਦ ਕਾਰਜ ਹੋਏ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਮੇਤ ਕੇਂਦਰੀ ਆਗੂ ਕੁਮਾਰੀ ਸ਼ੈਲਜਾ, ਸਮੁੱਚਾ ਮੰਤਰੀ ਮੰਡਲ, ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਹੋਏ। ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿੱਚ ਲੰਗਰ ਹਾਲ ਵਿੱਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਕੰਪਲੈਕਸ ਅੰਦਰ ਹੀ ਸਕੂਲ ਦੀ ਪਾਰਕਿੰਗ ਵਾਲੀ ਥਾਂ ਉੱਤੇ ਲੰਗਰ ਦੀ ਵਿਵਸਥਾ ਕੀਤੀ ਗਈ। ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਨੇ, ਉਦੋਂ ਤੋਂ ਹੀ ਉਹਨਾਂ ਵੱਲੋਂ ਨਿਤ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਜਾ ਰਹੀਆਂ ਨੇ। ਉਹਨਾਂ ਵੱਲੋਂ ਆਪਣੀ ਸੁਰੱਖਿਆ ਵਿੱਚ ਤੈਨਾਤ 500 ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਨੂੰ ਵੀ ਘਟਾ ਦਿੱਤਾ ਗਿਆ ਸੀ। ਚੰਨੀ ਸਾਹਿਬ ਦਾ ਜਿਹੜਾ ਇਹ ਪ੍ਰਬੰਧ ਹੈ, ਇਹ ਸਾਰੀ ਸੰਗਤ ਹਾਜ਼ਰ ਹੋਈ ਹੈ, ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਸੁਟੇਬਲ ਹੈ ਔਰ ਮਰਿਆਦਾ ਦੇ ਮੁਤਾਬਕ ਹੈ। ਇਸ ਲਈ ਮੈਂ ਸ਼ੁਕਰੀਆ ਕਰਦਾ ਇਹਨਾਂ ਦਾ। ਸਾਰੀ ਕੈਬਨਿਟ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਹਾਜ਼ਰ ਹੋਏ ਨੇ, ਸਾਰੇ ਪਰਿਵਾਰ, ਰਿਸ਼ਤੇਦਾਰ ਹਾਜ਼ਰ ਹੋਏ ਨੇ। ਇਹ ਬਹੁਤ ਵੱਡੀ ਗੱਲ ਹੈ। ਪਰ ਇਹਦੇ ਤੋਂ ਇੱਕ ਸੇਧ ਲੈਣ ਦੀ ਲੋੜ। ਅਸੀਂ ਜਦੋਂ ਕਿਸੇ ਨੂੰ ਸੱਦਾ ਦਿੰਦੇ ਹਾਂ ਤੇ ਅਸੀਂ ਇਹ ਲਿਖਦੇ ਹਾਂ ਕਿ ਸਾਡੇ ਬੱਚੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣਾ। ਤੇ ਵਿਆਹ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੀ ਹੁੰਦਾ ਹੈ, ਪੈਲਸ ਦੇ ਵਿੱਚ ਖਾਣ ਪੀਣ ਹੁੰਦਾ ਹੈ। ਅਸੀਂ ਖਾਣ ਪੀਣ ਲਈ ਨਹੀਂ ਸਕਦੇ, ਅਸੀਂ ਵਿਆਹ ਦੇ ਸਕਦੇ ਹਾਂ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਹਲਕਾ ਪੱਛਮੀ ਦਾ ਦੌਰਾ ਕੀਤਾ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਉੱਤੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਡਾਕਟਰ ਦਲਵੀਰ ਸਿੰਘ ਬੇਰਕਾ, ਜ਼ਿਲ੍ਹਾ ਅਕਾਲੀ ਦਲ ਦੇ ਮੁਖੀ ਗੁਰਪ੍ਰਤਾਪ ਟਿੱਕਾ ਵੀ ਉਹਨਾਂ ਨਾਲ ਮੌਜੂਦ ਰਹੇ। ਹੁਣ ਡਰਾਮਾ ਆ ਕਰ ਰਹੇ ਕਿ ਅਸੀਂ ਚੰਨੀ ਮੁੱਖ ਮੰਤਰੀ ਬਣਾਤਾ, ਇੱਕ ਐਸੀ ਭਾਈਚਾਰੇ ਨਾਲ ਸੰਬੰਧਿਤ ਮੁੱਖ ਮੰਤਰੀ ਬਣਾਤਾ। ਚੰਨੀ ਸਾਹਿਬ ਤਾਂ ਪਹਿਲੇ 5 ਸਾਲ ਮੰਤਰੀ ਵੀ ਰਹੇ ਹੈ। ਉਦੋਂ ਐਸੀ ਭਾਈਚਾਰੇ ਨੂੰ ਯਾਦ ਨਹੀਂ ਆਇਆ ਉਹਨਾਂ ਨੂੰ ਜਦੋਂ ਐਸੀ ਸਕਾਲਰਸ਼ਿਪ ਉਹਨਾਂ ਦੀ ਕੈਬਨਿਟ ਨੇ ਬੰਦ ਕੀਤੀ। 5 ਲੱਖ ਐਸੀ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ। ਸਕਾਲਰਸ਼ਿਪ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪਰ ਕਾਂਗਰਸ ਨੇ ਬੰਦ ਕਰ ਦਿੱਤੀ। ਦੇਖ ਲਓ 5 ਲੱਖ ਸਾਲ ਦੇ ਬੱਚੇ ਜਿਹੜੇ ਗਰੀਬ ਪੜ ਸਕਦੇ ਸੀ ਉਹ ਨਹੀਂ ਪੜੇ। ਉਦੋਂ ਮੰਤਰੀ ਸੀ, ਕੁਝ ਨਹੀਂ ਬੋਲੇ। ਹੁਣ ਅਸੀਂ 13 ਪੁਆਇੰਟ ਪ੍ਰੋਗਰਾਮ ਲਿਆਂਦਾ ਹੈ, ਬੜਾ ਅਹਿਮ ਪ੍ਰੋਗਰਾਮ ਹੈ। ਤੇ ਤੁਸੀਂ ਯਾਦ ਕਰੋ ਜਦੋਂ ਅਸੀਂ ਕਿਹਾ ਕੀਤਾ ਤੇ ਹੁਣ ਅੱਜ ਜਿਹੜਾ 13 ਪ੍ਰੋਗਰਾਮ ਹੈ ਆ ਪਹਿਲੀ ਵਾਰ ਇੰਪਲੀਮੈਂਟ ਕਰਾਂਗੇ। ਫਿਰ ਤੋਂ ਇੱਕ ਅਸੀਂ ਚਾਹੁੰਦੇ ਹਾਂ ਕਿ ਆਪਣੇ ਜਿਹੜੇ ਨੀਲੇ ਕਾਰਡ ਹੈ ਜਿਨ੍ਹਾਂ ਦੇ ਕੱਟੇ ਗਏ ਉਹ ਤਾਂ ਫਿਰ ਤੋਂ ਬਣਾਏ ਜਾਣਗੇ। ਪਰ ਜਿਹੜੇ ਗਰੀਬ ਪਰਿਵਾਰ ਹੈ ਨੀਲੇ ਕਾਰਡ ਜਿਨ੍ਹਾਂ ਕੋਲ ਬਣੇ ਆ ਉਹਨਾਂ ਦੀ ਮੁੱਖ ਔਰਤ ਨੂੰ ਜੇ ਘਰ ਚਲਾਉਂਦੀ ਹੈ 2000 ਰੁਪਇਆ ਮਹੀਨਾ ਪੰਜਾਬ ਦੀ ਸਰਕਾਰ ਚਲਾਇਆ ਗਿਆ। ਸਰਕਾਰੀ ਨੌਕਰੀਆਂ ਵਿੱਚ ਸਰਕਾਰੀ ਨੌਕਰੀਆਂ ਵਿੱਚ 50% ਲੜਕੀਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ। ਮੈਂ ਚਾਹੁੰਦਾ ਆਪਣੀਆਂ ਬੱਚੀਆਂ ਸਰਕਾਰੀ ਨੌਕਰੀ ਲੈ ਸਕਣ। ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚੇ ਜਿੰਨੀਆਂ ਵੀ ਪ੍ਰਾਈਵੇਟ ਕਾਲਜ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਖਾਲਸਾ ਕਾਲਜ ਹੈ, ਜਿੰਨੇ ਵੀ ਹੈ, ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਆ 33% ਸੀਟਾਂ ਇੱਥੇ ਰਿਜ਼ਰਵ ਹੋਣਗੀਆਂ ਇਹਨਾਂ ਕਾਲਜਾਂ ਵਿੱਚ। ਮੈਂ ਚਾਹਣਾ ਕਿ ਆਪਣੇ ਗਰੀਬ ਬੱਚੇ ਡਾਕਟਰ ਬਣ, ਇੰਜੀਨੀਅਰ ਬਣ, ਜਿਹੜੇ ਅੱਜ ਤੱਕ ਨਹੀਂ ਬਣ ਸਕੇ, ਤੇ ਸਾਰਾ ਖਰਚਾ ਉਹਨਾਂ ਦਾ ਮੁਫਤ ਹੋਊਗਾ, ਪੰਜਾਬ ਸਰਕਾਰ ਭਰੇਗੀ। ਦੇਸ਼ ਵਿੱਚ ਬੇਸ਼ੱਕ ਕੋਰੋਨਾ ਦੇ ਮਾਮਲੇ ਘਟ ਰਹੇ ਨੇ ਪਰ ਤਿਉਹਾਰਾਂ ਕਰਕੇ ਸਖਤ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਚੱਲਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਗਾਮੀ ਤਿਉਹਾਰਾਂ ਵਿੱਚ ਕੋਵਿਡ-19 ਦੀ ਲਾਗ ਨੂੰ ਰੋਕਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਹਨਾਂ ਦਿਸ਼ਾ ਨਿਰਦੇਸ਼ਾਂ ਕਰਕੇ ਕੋਰੋਨਾ ਕੇਸਾਂ ਵਿੱਚ ਕਮੀ ਆ ਸਕਦੀ ਹੈ। ਕੰਟੋਨਮੈਂਟ ਜ਼ੋਨਾਂ ਤੇ ਜ਼ਿਲ੍ਹਿਆਂ ਵਿੱਚ 5% ਤੋਂ ਵੱਧ ਦੇ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਖੇਤਰਾਂ ਵਿੱਚ ਜਨਤਕ ਇਕੱਠ ਨਹੀਂ ਹੋਣਗੇ। ਉੱਥੇ ਹੀ 5% ਅਤੇ ਇਸ ਤੋਂ ਘੱਟ ਦੀ ਲਾਗ ਦੀ ਦਰ ਵਾਲੇ ਜ਼ਿਲ੍ਹਿਆਂ ਵਿੱਚ ਅਗਾਊਂ ਇਜਾਜ਼ਤ ਅਤੇ ਸੀਮਿਤ ਲੋਕਾਂ ਦੇ ਨਾਲ ਇਕੱਠੇ ਹੋਣ ਦੀ ਆਗਿਆ ਹੋਵੇਗੀ। ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ ਅਬਦੁਲ ਕਦੀਰ ਖਾਨ ਦਾ ਅੱਜ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। 1936 ਵਿੱਚ ਭੋਪਾਲ ਵਿੱਚ ਜਨਮੇ ਤੇ 1947 ਵਿੱਚ ਵੰਡ ਤੋਂ ਬਾਅਦ ਆਪਣੇ ਪਰਿਵਾਰ ਨਾਲ ਪਾਕਿਸਤਾਨ ਵਿੱਚ ਚਲੇ ਗਏ ਸਨ। ਅਬਦੁਲ ਨੇ ਸਵੇਰੇ 7 ਵਜੇ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਉਹਨੂੰ ਬਚਾਉਣ ਲਈ ਸਾਰੇ ਯਤਨ ਕੀਤੇ ਗਏ। ਉਹਨਾਂ ਦੇ ਦੇਹਾਂਤ ਉੱਤੇ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਅਤੇ ਪਾਕਿਸਤਾਨੀ PM ਇਮਰਾਨ ਖਾਨ ਨੇ ਟਵਿੱਟਰ ਉੱਤੇ ਪੋਸਟ ਪਾ ਕੇ ਦੁੱਖ ਜ਼ਾਹਰ ਕੀਤਾ ਹੈ। ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਮੁਖੀ ਨਿਰਾਸ਼ਾ ਵਿੱਚ ਹੈ ਤੇ ਉਹ 2 ਦਿਨਾਂ ਤੋਂ ਠੀਕ ਤਰ੍ਹਾਂ ਖਾਣਾ ਵੀ ਨਹੀਂ ਖਾ ਰਿਹਾ।
ਉਹ ਜਿਣਸੀ ਸ਼ੋਸ਼ਣ ਮਾਮਲੇ ਵਿੱਚ ਸਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਕਤਲ ਕੇਸ 'ਚ ਸਜ਼ਾ ਉੱਤੇ ਫੈਸਲਾ ਆਉਣ ਤੋਂ ਪਹਿਲਾਂ ਉਸਨੇ ਆਪਣੀ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ, ਪਰ ਜੇਲ੍ਹ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ। ਸਜ਼ਾ ਉੱਤੇ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ ਨੇ। ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 9 ਵਜੇ ਸ਼ਬਦ ਕੀਰਤਨ ਨਾਲ ਸ਼ੁਰੂ ਹੋਈ। ਅਰਦਾਸ ਦੁਪਹਿਰ 12:30 ਵਜੇ ਹੋਈ। ਕੀਰਤਨ ਅਤੇ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੱਖ ਆਸਣ ਸਥਾਨ ਉੱਤੇ ਸਤਿਕਾਰ ਨਾਲ ਲਿਜਾਇਆ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਗਿਆ ਅਤੇ ਦੁਪਹਿਰ 1:30 ਵਜੇ ਧਾਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਦੱਸ ਦਈਏ ਕਿ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਨੂੰ ਸ਼ੁਰੂ ਹੋਈ ਸੀ। ਅਗਰਸੈਨ ਜਯੰਤੀ ਨੂੰ ਸਮਰਪਿਤ ਰਿਆਸਤੀ ਸ਼ਹਿਰ ਨਾਭਾ ਦੇ ਪਟਿਆਲਾ ਗੇਟ ਵਿੱਚ ਬਣੇ ਅਗਰਸੈਨ ਗੇਟ ਦਾ ਉਦਘਾਟਨ ਹਲਕਾ ਨਾਭਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤਾ ਗਿਆ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਘਟਨਾਕ੍ਰਮ ਅਤੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਦੇ ਲਈ ਪੂਰੇ ਦੇਸ਼ ਵਿੱਚ ਕੱਲ੍ਹ ਨੂੰ ਕਾਂਗਰਸ ਪਾਰਟੀ ਮੌਨ ਧਰਨਾ ਰੱਖੇਗੀ। ਅੱਜ ਜਨਮ ਦਿਨ ਵੀ ਸ਼ਹਿਰ 'ਚ ਮਨਾਇਆ ਗਿਆ ਔਰ ਨਾਲ ਦੀ ਨਾਲ ਹੀ ਮਹਾਰਾਜਾ ਅਗਰਸੈਨ ਦੇ ਨਾਂ ਤੇ ਜਿਹੜਾ ਗੇਟ ਬਣਾਇਆ ਪਟਿਆਲਾ ਮਹਾਰਾਜਾ ਅਗਰਸੈਨ ਪਟਿਆਲਾ ਗੇਟ ਨਾਭਾ, ਉਹਦਾ ਅੱਜ ਰਸਮੀ ਉਦਘਾਟਨ ਵੀ ਹੋਇਆ। ਸ਼ਹਿਰ ਦੇ ਲੋਕਾਂ ਨੂੰ ਹਵਾਲੇ ਕੀਤਾ ਔਰ ਮੈਂ ਸਮਝਦਾ ਕਿ ਇੱਕ ਪੁਰਾਣੀ ਯਾਦ ਸੀ। ਕਿਸੇ ਵੇਲੇ ਇਸ ਰਿਆਸਤ ਦੇ 5 ਗੇਟ ਹੁੰਦੇ ਸੀ, ਹੁਣ ਹੈ ਨਹੀਂ ਸੀ ਔਰ ਲੋਕ ਆ ਕੇ ਉਤਰ ਕੇ ਜਦੋਂ ਦੇਖਦੇ ਸੀ ਪਟਿਆਲਾ ਗੇਟ ਆ ਗਿਆ, ਗੇਟ ਕਿੱਥੇ ਹੈ ਔਰ ਉਹ ਗੇਟ ਉਹ ਯਾਦ ਕਾਇਮ ਕੀਤੀ ਹੈ ਔਰ ਮਹਾਰਾਜਾ ਅਗਰਸੈਨ ਨੂੰ ਇਹ ਅਸੀਂ ਉਹਨਾਂ ਦੇ ਨਾਂ ਤੇ ਬਣਾਇਆ। ਇਨਸਾਫ ਤਾਂ ਮੋਦੀ ਸਰਕਾਰ ਨੇ ਦੇਣਾ। ਕਾਂਗਰਸ ਜਦੋਜਹਿਦ ਕਰ ਰਹੀ ਹੈ, ਇਹਦੇ ਵਾਸਤੇ ਲੜ ਰਹੀ ਹੈ। ਉਹਦੇ ਵਾਸਤੇ ਧਰਨਾ ਮੈਂ ਵੀ ਮਾਰ ਕੇ ਆਇਆ ਉੱਥੇ ਜਾ ਕੇ। ਪ੍ਰਿੰਕਿਆ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਜਾ ਕੇ ਧਰਨਾ ਮਾਰਿਆ, ਉੱਥੇ ਜਾ ਕੇ 3 ਦਿਨ ਰਾਤ ਰਹੀ ਹੈ, ਝਾੜੂ ਮਾਰ ਕੇ ਆਪ ਬੈਠ ਕੇ ਦੇਖਿਆ। ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਗਏ ਨੇ, ਅਸੀਂ ਵੀ ਗਏ ਨਾਲ। ਅਸੀਂ ਲੱਗੇ ਹੋਏ ਇਨਸਾਫ ਵਾਸਤੇ ਲੱਗੇ ਹੋਏ ਹਾਂ ਔਰ ਜਿਹੜਾ ਮੌਨ ਧਾਰਨਾ ਹਿੰਦੁਸਤਾਨ ਦੀ ਕਾਂਗਰਸ ਨੇ ਹੁਕਮ ਕੀਤਾ ਜ਼ਿਲ੍ਹਾ ਪੱਧਰ ਤੇ ਸਾਰੇ ਮੌਨ ਧਾਰਨ। ਬੁੱਕ ਲਵਰਜ਼ ਰਿਟਰੀਟ ਪਟਿਆਲਾ ਦੇ ਇੱਕ ਆਲ ਵਿਮਨ ਕਲੱਬ ਨੂੰ ਆਪਣੇ ਪਹਿਲੇ ਉਦਮ ਦੇ ਪਟਿਆਲਾ ਦੇ ਇੱਕ ਯੋਗ ਐਨਸਥੀਸੀਓਲੋਜਿਸਟ ਡਾਕਟਰ ਗੁਰਪ੍ਰੀਤ ਸਿੰਘ ਬੱਟੂ ਦੀ ਪੁਸਤਕ ਲਾਸ਼ ਨੂੰ ਕਿਸਨੇ ਮਾਰਿਆ ਦੇ ਲਾਂਚਿੰਗ ਸਮਾਰੋਹ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ। ਕੋਵਿਡ ਤੋਂ ਬਾਅਦ ਬੁੱਕ ਕਲੱਬ ਨੇ ਪੰਜਾਬ ਦੇ ਆਗਾਮੀ ਲੇਖਕਾਂ ਨੂੰ ਆਪਣੀ ਕਿਤਾਬ ਲਾਂਚ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਇੱਕ ਟੀਮ ਦੇ ਰੂਪ ਵਿੱਚ ਦਲੇਰਾਨਾ ਪਹਿਲ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਪਾਠਕਾਂ ਤੱਕ ਕਿਤਾਬ ਪਹੁੰਚ ਸਕੇ ਅਤੇ ਕਿਤਾਬ ਪੜ੍ਹਨ ਦੀ ਆਦਤ ਵਿਕਸਿਤ ਹੋ ਸਕੇ। ਪੁਸਤਕ ਪ੍ਰੇਮੀ ਰਿਟਰੀਟ ਮੈਂਬਰ ਦਮਨ ਛਤਵਾਲ, ਸਿਮਰਤ ਰਜਨੀ, ਡਾਕਟਰ ਕਿਰਨਜੋਤ, ਡਾਕਟਰ ਸਬਰੀਨਾ, ਨੀਤੂ ਚੋਪੜਾ, ਰਿਤੂ ਟਿਬਾਣਾ, ਅਨੂ ਬੇ, ਡਾਕਟਰ ਦਮਨਜੀਤ ਸੰਧੂ, ਕਿਰਨ ਗਰੇਵਾਲ, ਸ਼ੈਫਾਲੀ, ਰਿਤੂ ਜੈਨ, ਅਨੂਦੀਪ, ਡਾਕਟਰ ਆਇਨਾ ਖੁਸ਼ਨੁਮਾ ਆਦਿ ਮੌਜੂਦ ਰਹੇ। ਬੁੱਕ ਲਵਰਜ਼ ਰਿਟਰੀਟ ਦਾ ਜ਼ਬਰਦਸਤ ਹੁੰਗਾਰਾ ਵੇਖਦੇ ਹੋਏ ਭਵਿੱਖ ਵਿੱਚ ਇਸ ਦਿਸ਼ਾ ਵਿੱਚ ਅਜਿਹੀਆਂ ਹੋਰ ਬਹੁਤ ਸਾਰੀਆਂ ਪਹਿਲ ਕਦਮੀਆਂ ਨੂੰ ਪ੍ਰਫੁੱਲਤ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਸ਼ੁਰੂ ਤੋਂ ਇੰਨਾ ਪੜ੍ਹਨ ਦਾ ਬਹੁਤ ਸ਼ੌਕ ਸੀ, ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਉਹਨਾਂ 'ਚ ਐਕਸਪ੍ਰੈਸ਼ਨ ਜੋ ਹੁੰਦੇ ਆ, ਫਿਰ ਲੱਗਿਆ ਕਿ ਹਾਂਜੀ ਸਾਡੀ ਜ਼ਿੰਦਗੀ ਜੋ ਹੋ ਰਿਹਾ ਉਹਦੇ ਬਾਰੇ ਵੀ ਲਿਖ ਸਕਦੇ ਹਾਂ। ਸੋ ਇੱਕ ਬੈਕਗਰਾਊਂਡ ਮੈਡੀਕਲ ਬੈਕਗਰਾਊਂਡ ਹੈ ਮੇਰੀ ਅਤੇ ਉਹਦੇ ਬਾਰੇ ਫਿਰ ਮੈਡੀਕਲ ਲਾਈਨ ਬਾਰੇ ਹੀ ਇੱਕ ਸਟੋਰੀ ਹੈ। ਇਹਦੇ ਵਿੱਚ ਸਰ ਇਹ ਹੈ ਕਿ ਜਿਸ ਤਰ੍ਹਾਂ ਗੱਲ ਹੋ ਰਹੀ ਸੀ ਕਿ ਡਾਕਟਰਸ ਦੀ ਲਾਈਫ ਸ਼ਾਇਦ ਸਟ੍ਰੈਸ ਜ਼ਿਆਦਾ ਹੁੰਦਾ ਹੈ ਕਿਉਂਕਿ ਹਿਊਮਨ ਲਾਈਫਸ ਨਾਲ ਡੀਲ ਕਰਦੇ ਨੇ। ਸੋ ਇਹ ਪੜ੍ਹਨਾ ਜਾਂ ਲਿਖਣਾ ਇੱਕ ਤਰ੍ਹਾਂ ਦਾ ਸਟ੍ਰੈਸ ਬਸਟਰ ਹੀ ਹੈ। ਇਹ ਮਿਸਟਰੀ ਬੁੱਕ ਹੈ, ਇਹਦੇ ਵਿੱਚ ਕਮੇਡੀ ਵੀ ਹੈ ਔਰ ਪੜ੍ਹੋਗੇ ਤਾਂ ਸ਼ਾਇਦ ਲਾਈਟ ਫੀਲਿੰਗ ਹੋਏਗੀ, ਇੱਕ ਸਟ੍ਰੈਸ ਦੂਰ ਹੋਏਗਾ। ਇਹ ਲਿਖਣ 'ਤੇ ਮੈਨੂੰ ਸ਼ਾਇਦ ਤਕਰੀਬਨ 1 ਸਾਲ ਲੱਗ ਗਿਆ ਜੀ, ਹੈ ਨਾ। ਉਹਦੇ ਵਿੱਚ ਇਹ ਸੀ ਵੀ ਕਿ ਮੈਂ ਰੈਗੂਲਰਲੀ ਨਹੀਂ ਲਿਖਿਆ, ਕਦੇ ਲਿਖਿਆ ਜਾਂਦਾ ਸੀ, ਕਦੇ ਬ੍ਰੇਕ ਆ ਜਾਂਦੀ ਸੀ, ਪਰ ਸਾਲ ਲੱਗ ਗਿਆ। ਐਮਾਜ਼ੋਨ 'ਤੇ ਅਵੇਲੇਬਲ ਹੈ ਸਾਰੇ ਕਿਤੇ ਥਰੂ ਆਊਟ ਦਾ ਵਰਲਡ, ਇੰਡੀਆ 'ਚ ਵੀ ਬਾਹਰ ਵੀ। ਅਸੀਂ 5 ਸਾਲ ਤੋਂ ਇੱਕ ਆਲ ਲੇਡੀਜ਼ ਬੁੱਕ ਕਲੱਬ ਚਲਾ ਰਹੇ ਹਾਂ ਪਟਿਆਲਾ ਦੇ ਵਿੱਚ ਤੇ ਐਵਰੀ ਮੰਥ ਵੀ ਇਨਵਾਈਟ ਐਨ ਆਥਰ ਐਂਡ ਅਸੀਂ ਇੱਕ ਨਵੀਂ ਬੁੱਕ ਪੜ੍ਹਦੇ ਹਾਂ, ਡਿਸਕਸ ਕਰਦੇ ਹਾਂ ਬੇਸਿਕਲੀ ਕਿ ਜੋ ਕਿਤਾਬਾਂ ਪੜ੍ਹਨ ਦੀ ਆਦਤ ਹੈ ਉਹ ਖਤਮ ਹੋ ਰਹੀ ਸੀ, ਉਸ ਤੋਂ ਰਿਵਾਈਵ ਕਰਨਾ ਅਸੀਂ ਇਹਦੇ ਵਿੱਚ ਇੱਕ ਐਫਰਟ ਕੀਤੀ ਹੈ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਡਿਸਕਸ ਕਰਦੇ ਹਾਂ ਤੇ ਆਥਰਸ ਨੂੰ ਅਸੀਂ ਇਨਵਾਈਟ ਕਰਕੇ ਅਸੀਂ ਉਹਨਾਂ ਨੂੰ ਫੈਲਿਸਿਟੇਟ ਵੀ ਕਰਦੇ ਹਾਂ। ਜਿਹਦੇ ਵਿੱਚ ਇੱਕ ਡਾਕਟਰ ਪਲਾਟ ਡਾਕਟਰਸ ਦਾ ਮੈਡੀਕਲ ਕਾਲਜ ਦਾ ਸੈਟਅਪ ਹੈ। ਸੋ ਇੱਕ ਸਟੋਰੀ ਲਾਈਨ ਮੈਡੀਕਲ ਕਾਲਜ ਤੇ ਬੇਸਡ ਹੈ ਬਟ ਯੰਗਸਟਰਸ ਦੇ ਵਿਲ ਸ਼ੋਰਲੀ ਇੰਜੋਏ ਕਿਉਂਕਿ ਸਾਨੂੰ ਤਾਂ ਲੱਗ ਰਿਹਾ ਸੀ ਅਸੀਂ ਆਪਣੀ ਕਾਲਜ ਲਾਈਫ ਵਿੱਚ ਸੀ, ਪਰ ਯੰਗਸਟਰਸ ਵਾਸਤੇ ਇੱਕ ਸਸਪੈਂਸ ਸਟੋਰੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਹੈ। ਯੰਗਸਟਰਸ ਨੂੰ ਅੱਛਾ ਲੱਗਾ। ਥੈਂਕ ਯੂ ਸੋ ਮਚ। ਅੱਜ ਅਦਾਰਾ ਚੜ੍ਹਦੀ ਕਲਾ ਦੇ ਦਫ਼ਤਰ ਵਿੱਚ ਪਹੁੰਚੇ ਉੱਘੇ ਲੇਖਕ ਅਵਤਾਰ ਸਿੰਘ ਨੇ ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉੱਘੇ ਵਸਨੀਕ ਕਿਤਾਬ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਭੇਟ ਕੀਤੀ। ਇਸ ਮੌਕੇ ਚੈਨਲ ਹੈਡ ਸਾਹਿਬ ਸਿੰਘ, ਡਾਕਟਰ ਇੰਦਰਪ੍ਰੀਤ ਕੌਰ ਦਰਦੀ, ਪਰਮਜੀਤ ਸਿੰਘ ਮੌਜੂਦ ਰਹੇ। ਅੰਮ੍ਰਿਤਸਰ ਵਿੱਚ ਅੱਜ ਸਵੇਰੇ ਇੱਕ ਅਨੰਦਪੁਰ ਸਾਹਿਬ ਦੇ ਵਪਾਰੀ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ। ਵਪਾਰੀ ਹਰ ਐਤਵਾਰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੱਪੜਾ ਖਰੀਦਣ ਲਈ ਆਉਂਦਾ ਸੀ।
ਤੇ ਅੱਜ ਸਵੇਰੇ ਅੰਮ੍ਰਿਤਸਰ ਪੁੱਜਿਆ ਤਾਂ ਭਰਾਵਾਂ ਦੇ ਢਾਬੇ ਕੋਲ ਗਲੀ ਵਿੱਚੋਂ ਲੰਘਣ ਲੱਗੇ ਦੋ ਲੁਟੇਰੇ ਨੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਤਕਰੀਬਨ 5 ਲੱਖ ਰੁਪਏ ਦੀ ਲੁੱਟ ਹੋਈ ਹੈ। ਫਿਲਹਾਲ ਇਸ ਬੁਲੇਟਿਨ ਚੇन्नई ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਉੱਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।